ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ ਜੀ ਡੱਲਾ ਜੀ, ਪ੍ਰੋਗਰਾਮ ਵਿੱਚ ਜ਼ਰੂਰ ਡਿਸਕਸ ਕਰਾਂਗੇ ਕਿ ਜੋ ਅਨਾਜ ਮੰਡੀਆਂ ਦੇ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਹੁਣ ਵਿਜੀਲੈਂਸ ਬਿਊਰੋ ਦੀ ਕਿਹੜੇ ਸਾਬਕਾ ਐਮਐਲਏ ਉੱਪਰ ਨਜ਼ਰ ਹੈ। ਇਸ ਉੱਪਰ ਪੂਰਾ ਅਪਡੇਟ ਵੀ ਤੁਹਾਡੇ ਤੋਂ ਜ਼ਰੂਰ ਲਵਾਂਗੇ। ਕਿਤੇ ਨਾਲ ਦੀ ਨਾਲ ਜੋ ਕੋਟਕਪੂਰਾ ਮਾਮਲੇ ਦੇ ਵਿੱਚ ਗੋਲੀकांड ਮਾਮਲੇ ਵਿੱਚ ਸੁਖਬੀਰ ਬਾਦਲ ਤੋਂ ਪੁੱਛਗਿੱਛ ਦੀਆਂ ਖਬਰਾਂ ਨੇ, ਉਸ ਉੱਪਰ ਵੀ ਤੁਹਾਡੇ ਤੋਂ ਜ਼ਰੂਰ ਸਾਰਾ ਵੇਰਵਾ ਲਵਾਂਗੇ। ਤੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਮਾਨਸਾ 'ਚ ਜੋ ਕੈਂਡਲ ਮਾਰਚ ਕੱਢਿਆ ਗਿਆ ਇਨਸਾਫ ਦਿਵਾਉਣ ਲਈ, ਉਹਨੂੰ ਯਾਦ ਕਰਦਿਆਂ ਉਸ ਦੌਰਾਨ ਕਿਹੜੀਆਂ 3 ਸ਼ਰਤਾਂ, ਕਿਹੜੀਆਂ ਮੰਗਾਂ ਉਹਨਾਂ ਦੇ ਪਿਤਾ ਜੀ ਨੇ ਰੱਖੀਆਂ, ਉਸ ਦੇ ਉੱਪਰ ਵੀ ਚਰਚਾ ਜ਼ਰੂਰ ਕਰਾਂਗੇ। ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ ਅਨਾਜ ਮੰਡੀਆਂ ਦੇ ਟੈਂਡਰਾਂ ਦਾ ਘੁਟਾਲਾ ਜਿਹੜਾ ਮਾਮਲਾ ਹੈ, ਇਸ ਦੇ ਉੱਪਰ ਲਗਾਤਾਰ ਸੁਰਖੀਆਂ ਬਣੀਆਂ ਹੋਈਆਂ ਖਬਰਾਂ ਦੀਆਂ, ਨਿਤ ਨਵੇਂ ਖੁਲਾਸੇ ਵੀ ਹੋ ਰਹੇ ਨੇ। ਸੋ ਹੁਣ ਵਿਜੀਲੈਂਸ ਬਿਊਰੋ ਦੀ ਨਜ਼ਰ ਕਿਹੜੇ ਸਾਬਕਾ ਐਮਐਲਏ ਔਰ ਹਲਕਾ ਇੰਚਾਰਜ ਤੇ ਟਿਕੀ ਹੋਈ ਹੈ ਡੱਲਾ ਜੀ, ਇਸ ਉੱਪਰ ਜ਼ਰੂਰ ਜਾਣਨਾ ਚਾਹਾਂਗੇ। ਠੇਕੇਦਾਰ ਜੋ ਤੇਲੂ ਰਾਮ ਹੈ, ਉਸਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ। ਸੋ ਪੂਰੇ ਮਾਮਲੇ ਤੇ ਕੀ ਤਾਜ਼ਾ ਅਪਡੇਟ ਹੈ? ਦੇਖੋ, ਜਿਹੜੀਆਂ ਜਾਣਕਾਰੀਆਂ ਆਈਆਂ ਨੇ, ਪੁਲਿਸ ਰਿਮਾਂਡ ਹੈ ਜਿਹੜਾ ਖਤਮ ਹੋ ਗਿਆ ਸੀ ਅੱਜ ਤੇਲੂ ਰਾਮ ਦਾ। ਜਿਹੜੇ ਕੰਟਰੈਕਟਰ ਸੀ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਹੈ। ਕਈ ਦਿਨਾਂ ਤੋਂ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਸੀ, ਲੰਮੇ ਵਕਤ ਤੋਂ ਵਿਜੀਲੈਂਸ ਬਿਊਰੋ ਦੀ ਹਿਰਾਸਤ ਸੀ। ਉਹਨਾਂ ਤੋਂ ਬਹੁਤ ਵੱਡੀ ਪੁੱਛਗਿੱਛ ਹੋਈ ਔਰ ਤੇਲੂ ਰਾਮ ਦੀ ਪੁੱਛਗਿੱਛ ਦੇ ਵਿੱਚੋਂ ਹੀ ਇਸ ਪੂਰੇ ਮਾਮਲੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਹੋਣਾ ਦੀ ਗ੍ਰਿਫਤਾਰੀ ਦਾ ਰਾਹ ਹੈ ਜਿਹੜਾ ਖੁੱਲਿਆ ਔਰ ਉਹਨਾਂ ਨੂੰ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ। ਤੇਲੂ ਰਾਮ ਇੱਕ ਕੰਟਰੈਕਟਰ ਸੀ ਔਰ ਇਸ ਤੋਂ ਇਲਾਵਾ ਤੇਲੂ ਰਾਮ ਉਹਨਾਂ ਨੇ ਇਸ ਤਰੀਕੇ ਦੇ ਇੰਕਸ਼ਾਫ ਕੀਤੇ ਵਿਜੀਲੈਂਸ ਬਿਊਰੋ ਦੇ ਅੱਗੇ ਕਿ ਜਿਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੂੰ ਇਸ ਪੂਰੇ ਮਾਮਲੇ ਦੀਆਂ ਕੜੀਆਂ ਸਮਝ ਆਉਣ ਲੱਗੀਆਂ ਔਰ ਵਿਜੀਲੈਂਸ ਬਿਊਰੋ ਦੇ ਅਫਸਰ ਵੀ ਮਹਿਸੂਸ ਕਰਨ ਲੱਗੇ ਕਿ ਜਿਹੜੇ ਗੁਰਪ੍ਰੀਤ ਸਿੰਘ ਸ਼ਿਕਾਇਤ ਕਰਤਾ ਸੀ ਜਾਂ ਹੋਰ ਉਹਨਾਂ ਦੇ ਨਾਲ ਦੇ ਠੇਕੇਦਾਰ ਸਾਥੀ ਸੀ, ਜਿਹੜੀ ਉਹਨਾਂ ਨੇ ਸੰਯੁਕਤ ਸ਼ਿਕਾਇਤ ਦਿੱਤੀ ਹੈ, ਉਹਦੇ ਵਿੱਚ ਕਾਫੀ ਅਜਿਹੇ ਪਹਿਲੂ ਨੇ ਜਿਨ੍ਹਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਇਨਵੈਸਟੀਗੇਟ ਕੀਤਾ ਜਾਣਾ ਜ਼ਰੂਰੀ ਹੈ। ਔਰ ਮੈਂ ਇਹ ਕਹਿ ਸਕਦਾ, ਜਿਸ ਤਰ੍ਹਾਂ ਦੀਆਂ ਜਾਣਕਾਰੀਆਂ ਸੂਤਰਾਂ ਦੇ ਹਵਾਲੇ ਨਾਲ ਆ ਰਹੀਆਂ ਨੇ, ਜਿਸ ਤਰ੍ਹਾਂ ਵੱਖ-ਵੱਖ ਜਿਹੜੇ ਕੰਟਰੈਕਟਰਸ ਨੇ ਉਹਨਾਂ ਦੇ ਵਿੱਚ ਚਰਚਾਵਾਂ ਚੱਲ ਰਹੀਆਂ ਨੇ, ਕਿਉਂਕਿ ਉਹ ਲਗਾਤਾਰ ਇਸ ਪੂਰੀ ਇਨਵੈਸਟੀਗੇਸ਼ਨ ਤੇ ਉਹਨਾਂ ਨੇ ਨਜ਼ਰ ਰੱਖੀ ਹੋਈ ਹੈ। ਇਹ ਚਰਚਾਵਾਂ ਨੇ ਕਿ ਭਾਰਤ ਭੂਸ਼ਣ ਆਸ਼ੂ ਲਈ ਆਉਂਦਾ ਸਮਾਂ ਹੋਰ ਵੱਡਾ ਚੁਣੌਤੀ ਵਾਲਾ ਬਣਨ ਵਾਲਾ ਹੈ। ਭਾਰਤ ਭੂਸ਼ਣ ਆਸ਼ੂ ਦੇ ਲਈ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਦੇ ਲਈ ਬਹੁਤ ਵੱਡੇ ਯਤਨ ਕਰਨੇ ਪੈਣਗੇ, ਪਰ ਕਿਉਂਕਿ ਉਹ ਮੰਤਰੀ ਸੀ ਔਰ ਮੰਤਰੀ ਹੁੰਦੇ ਵੀ ਉਹਨਾਂ ਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸੀ, ਕਿਉਂਕਿ ਸ਼ਿਕਾਇਤਾਂ ਜਾਂ ਮੰਗਾਂ ਮੀਡੀਆ ਦੇ ਜ਼ਰੀਏ ਉਹਨਾਂ ਤੱਕ ਵੀ ਪਹੁੰਚੀਆਂ ਸੀ। ਸੋ ਅਗਰ ਭਾਰਤ ਭੂਸ਼ਣ ਆਸ਼ੂ ਹੋਣਾ ਦੀ ਜਿਹੜੀ ਇੰਟੈਂਸ਼ਨ ਹੈ ਉਹ ਬਿਲਕੁਲ ਪਾਕ ਸਾਫ਼ ਸੀ, ਉਹਨਾਂ ਨੇ ਜਾਂਚ ਕਿਉਂ ਨਹੀਂ ਕੀਤੀ ਇਹ ਪੂਰੇ ਮਾਮਲੇ ਦੀ? ਇਹ ਵੀ ਇੱਕ ਸਵਾਲ ਖੜੇ ਹੋਣਗੇ, ਕਿਉਂਕਿ ਇਹ ਮੰਗ ਪਹਿਲਾਂ ਹੁੰਦੀ ਰਹੀ, ਮੀਡੀਆ ਦੇ ਵਿੱਚ ਵੀ ਇਹ ਗੱਲਾਂ ਆਈਆਂ। ਚਲੋ, ਭਾਰਤ ਭੂਸ਼ਣ ਆਸ਼ੂ ਅਸਲ 'ਚ ਉਹਨਾਂ ਦੀ ਇੰਟੈਂਸ਼ਨ ਕੀ ਸੀ, ਇਹ ਹੁਣ ਅਦਾਲਤਾਂ ਸਾਬਤ ਕਰਨਗੀਆਂ ਕਿ ਉਹ ਦੋਸ਼ੀ ਹੈ ਜਾਂ ਉਹ ਨਿਰਦੋਸ਼ ਹੈ। ਭਾਰਤ ਭੂਸ਼ਣ ਆਸ਼ੂ ਇਸ ਵਕਤ ਵਿਜੀਲੈਂਸ ਬਿਊਰੋ ਦੀ ਹਿਰਾਸਤ 'ਚ ਹੈ ਔਰ ਭਾਰਤ ਭੂਸ਼ਣ ਆਸ਼ੂ ਤੋਂ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਤੇਲੂ ਰਾਮ ਹੋਣਾ ਵੱਲੋਂ ਕੀਤੇ ਗਏ ਖੁਲਾਸੇ, ਸ਼ਿਕਾਇਤਕਰਤਾਵਾਂ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਦੇ ਇੱਕ ਬਿੰਦੂ ਤੇ ਪੁੱਛਗਿੱਛ ਕਰ ਰਹੇ ਨੇ। ਸ਼ੁਰੂਆਤ ਦੇ ਵਿੱਚ ਇਹ ਖਬਰਾਂ ਆਈਆਂ ਸੀ, ਸੋਰਸਸ ਦੇ ਹਵਾਲੇ ਨਾਲ ਇਹ ਜਾਣਕਾਰੀ ਆਉਂਦੀ ਹੈ। ਸ਼ੁਰੂ ਦੇ ਵਿੱਚ ਆਇਆ ਸੀ ਕਿ ਭਾਰਤ ਭੂਸ਼ਣ ਆਸ਼ੂ ਸ਼ਾਇਦ ਬਹੁਤ ਜ਼ਿਆਦਾ ਖੁੱਲ ਕੇ ਗੱਲ ਨਹੀਂ ਸੀ ਕਰਦੇ, ਕਿਉਂਕਿ ਮੈਂ ਅੱਗੇ ਵੀ ਜ਼ਿਕਰ ਕੀਤਾ ਭਾਰਤ ਭੂਸ਼ਣ ਆਸ਼ੂ ਉਹਨਾਂ ਦਾ ਸੁਭਾਅ ਬੜਾ ਮਿੱਠਾ ਰਿਹਾ, ਬੜੇ ਮਿੱਠੇ ਸਭ ਦੇ ਕੰਮ ਕਰਨ ਵਾਲੇ ਵਿਅਕਤੀ ਸੀਗੇ ਉਹ, ਤੇ ਬਹੁਤ ਮਿੱਠਾ ਬੋਲਦੇ ਸੀ, ਨਿਮਰ ਰਹਿ ਕੇ ਬੋਲਦੇ ਸੀ। ਤੇ ਤੁਸੀਂ ਜਿਸ ਦਿਨ ਤੁਸੀਂ ਨੋਟ ਕੀਤਾ ਹੋਣਾ, ਜਿਸ ਦਿਨ ਧਰਨਾ ਕਾਂਗਰਸੀਆਂ ਨੇ ਲਾਇਆ, ਉਸ ਦਿਨ ਵੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਵੀ ਮੈਂ ਹਾਜ਼ਰ ਹਾਂ, ਵੀ ਮੈਂ ਤਾਂ ਬੈਗ ਵੀ ਨਾਲ ਲੈ ਕੇ ਆਇਆ। ਉਸ ਦਿਨ ਉੱਥੇ ਗੱਲਾਂ ਹੋਈਆਂ। ਸੋ ਇਸ ਕਰਕੇ ਉਹ ਬਹੁਤ ਸਹਿਯੋਗ ਕਰਨ ਵਾਲੇ ਨੇ। ਕਹਿੰਦੇ ਵਿਜੀਲੈਂਸ ਬਿਊਰੋ ਨੂੰ ਸਹਿਯੋਗ ਕਰ ਰਹੇ ਨੇ ਹੁਣ ਭਾਰਤ ਭੂਸ਼ਣ ਆਸ਼ੂ। ਸੋ ਜੇ ਭਾਰਤ ਭੂਸ਼ਣ ਆਸ਼ੂ ਵਿਜੀਲੈਂਸ ਬਿਊਰੋ ਨੂੰ ਸਹਿਯੋਗ ਕਰ ਰਹੇ ਨੇ, ਇਹਦਾ ਮਤਲਬ ਹੈ ਵਿਜੀਲੈਂਸ ਬਿਊਰੋ ਦੇ ਲਈ ਪੂਰੇ ਫੈਕਟ ਨੂੰ ਇਨਵੈਸਟੀਗੇਟ ਕਰਨਾ ਪਹਿਲਾਂ ਨਾਲੋਂ ਜ਼ਿਆਦਾ ਆਸਾਨ ਹੋਊਗਾ। ਪਰ ਮੈਂ ਇੱਕ ਗੱਲ ਤੁਹਾਨੂੰ ਕਹਿ ਦਿੰਦਾ, ਵਿਜੀਲੈਂਸ ਬਿਊਰੋ ਦੇ ਹੱਥ ਵੱਖ-ਵੱਖ ਇਨਵੈਸਟੀਗੇਸ਼ਨ ਦੀਆਂ ਜਿਹੜੀਆਂ ਕੜੀਆਂ ਸੀ, ਬਿੰਦੂ ਸੀ, ਉਹਨਾਂ ਦੇ ਵਿੱਚੋਂ ਇਹ ਵੀ ਗੱਲ ਬਾਹਰ ਨਿਕਲ ਕੇ ਆਈ ਹੈ ਜਿਹਨੂੰ ਇਨਵੈਸਟੀਗੇਟ ਕਰ ਰਹੀ ਹੈ ਵਿਜੀਲੈਂਸ ਬਿਊਰੋ। ਹਰਜੋਤ ਜੀ ਕਹਿੰਦੇ ਜਿਵੇਂ ਸੁਖਬੀਰ ਬਾਦਲ ਨੇ ਕਹਿਤਾ ਸੀ ਵੀ ਐਮਐਲਏ ਆਪਣਾ ਉਹ ਲਾ ਲੈਂਦਾ ਸੀ ਡੀਐਸਪੀ, ਸੋ ਡੀਐਸਪੀ ਹਲਕਾ ਪੱਧਰ ਤੇ ਲੱਗਣ ਲੱਗ ਗਏ ਸੀ। ਸੁਖਬੀਰ ਬਾਦਲ ਨੇ ਇਸ ਤਰੀਕੇ ਦੀ ਪਾਲਿਸੀ ਬਣਾਈ ਸੀ। ਕਹਿੰਦੇ ਕਾਂਗਰਸੀਆਂ ਨੇ ਵੀ ਇਸ ਤਰੀਕੇ ਦੀ ਪਾਲਿਸੀ ਬਣਾਤੀ ਸੀ ਅਣਐਲਾਨੇ ਤੌਰ ਤੇ।
ਅਨਅਫੀਸ਼ੀਅਲ ਪਾਲਿਸੀ, ਇਹ ਕੋਈ ਅਫੀਸ਼ੀਅਲ ਪਾਲਿਸੀ ਨਹੀਂ। ਕਹਿੰਦੇ ਜ਼ੁਬਾਨੀ ਚਰਚਾਵਾਂ, ਹੁਕਮ ਜ਼ੁਬਾਨੀ ਇਸ ਤਰ੍ਹਾਂ ਦੇ ਹੋ ਗਏ ਸੀ ਕਿ ਜਿਹੜੀਆਂ ਮੰਡੀਆਂ ਨੇ ਉਹ ਹਲਕਾ ਪੱਧਰ ਤੇ, ਇੱਕ ਤਰੀਕੇ ਨਾਲ ਹਲਕਾ ਪੱਧਰ ਤੇ ਉਹਨਾਂ ਦੀ ਵਿਉਂਤਬੰਦੀ ਹੋ ਗਈ ਸੀ। ਕਿਹੜੀ ਮੰਡੀ ਦੇ ਵਿੱਚ ਕਿਹੜੇ ਠੇਕੇਦਾਰ ਨੂੰ ਟੈਂਡਰ ਦੇਣਾ ਹੈ ਜੀ, ਇੱਕ ਤਰੀਕੇ ਨਾਲ ਉਹਦੇ ਪਿੱਛੇ ਵੀ ਉਸ ਐਮਐਲਏ ਦਾ ਦਖਲ ਹੁੰਦਾ ਸੀ। ਬਹੁਤ ਸਾਰੀਆਂ ਮੰਡੀਆਂ ਨੇ ਜਿਹੜੀਆਂ ਉੱਥੋਂ ਦੇ ਐਮਐਲਏਆਂ ਦੀਆਂ ਹਦਾਇਤਾਂ ਤੋਂ ਬਾਅਦ ਕਿਸੇ ਨੂੰ ਦਿੱਤੀਆਂ ਗਈਆਂ। ਹੁਣ ਇਹ ਸਵਾਲ ਬਹੁਤ ਵੱਡਾ ਹੈ, ਟੈਂਡਰ ਪ੍ਰਣਾਲੀ ਹੈ, ਜੇ ਟੈਂਡਰ ਪ੍ਰਣਾਲੀ ਹੈ ਤੇ ਫਿਰ ਐਮਐਲਏ ਦੇ ਦਖਲ ਨਾਲ ਮੰਡੀ ਕਿਵੇਂ ਅਲਾਟ ਹੋ ਸਕਦੀ ਹੈ ਟੈਂਡਰ 'ਚ? ਉਹਦੇ ਲਈ ਕਹਿੰਦੇ ਕਿ ਸਾਰੇ ਜ਼ਰੂਰੀ ਗੈਰ ਵਾਜਬ ਸਾਰੇ ਤਰੀਕੇ ਵਰਤੇ ਜਾਂਦੇ ਸੀ। ਕਈ ਠੇਕੇਦਾਰਾਂ ਨੂੰ ਜਿਹੜੀਆਂ ਜ਼ਰੂਰੀ ਐਨਓਸੀ ਸੀ ਉਹ ਨਹੀਂ ਸੀ ਮਿਲਦੀਆਂ, ਕਾਗਜ਼ ਪੱਤਰ ਨਹੀਂ ਸੀ ਸਬਮਿਟ ਹੁੰਦੇ ਸਮੇਂ ਸਿਰ। ਕਈਆਂ ਨੂੰ ਕਹਿ ਦਿੱਤਾ ਜਾਂਦਾ ਸੀ ਵੀ ਤੁਸੀਂ ਭਾਈ ਨਾ ਟੈਂਡਰ ਲਾਈਓ ਜੀ। ਕਈਆਂ ਦੀਆਂ ਕਹਿੰਦੇ ਸ਼ਰਤਾਂ ਇਦਾਂ ਦੀਆਂ ਬਣ ਗਈਆਂ ਸੀ। ਸੋ ਇਸੇ ਕਰਕੇ ਜਿੱਥੇ 4-5 ਹਜ਼ਾਰ ਬੰਦੇ ਟੈਂਡਰਾਂ ਦਾ ਕੰਮ ਕਰਦੇ ਸੀ ਉੱਥੇ ਉਹਨਾਂ ਦੀ ਗਿਣਤੀ ਘਟ ਗਈ। ਹੁਣ ਵਿਜੀਲੈਂਸ ਬਿਊਰੋ ਇਹ ਇਨਵੈਸਟੀਗੇਟ ਕਰ ਰਹੀ ਹੈ ਕਿ ਸੱਚਮੁੱਚ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਜਿਹੜੇ ਵਿਧਾਇਕ ਸੀ ਉਹਨਾਂ ਦੀ ਵੀ ਸ਼ਮੂਲੀਅਤ ਰਹੀ ਹੈ ਮੰਡੀਆਂ ਦੇ ਠੇਕੇ ਦੇਣ 'ਚ। ਇੱਕ ਚਰਚਾ ਹੈ ਕਹਿੰਦੇ ਇੱਕ ਵਿਧਾਇਕ ਦੀ ਲਿਖੀ ਹੋਈ ਚਿੱਠੀ, ਸਿਫਾਰਸ਼ੀ ਚਿੱਠੀ ਕਿ ਇਸ ਠੇਕੇਦਾਰ ਨੂੰ ਦੇ ਦਿਓ ਟੈਂਡਰ। ਵਿਜੀਲੈਂਸ ਬਿਊਰੋ ਦੀ ਪੜਤਾਲ ਕਰ ਰਹੀ ਹੈ। ਕਈ ਵਾਰੀ ਇਹ ਚਿੱਠੀਆਂ ਅੱਜ ਕੱਲ੍ਹ ਕਿਉਂਕਿ WhatsApp ਤੇ ਘੁੰਮਦੀਆਂ ਰਹਿੰਦੀਆਂ ਨੇ, ਕਈ ਵਾਰੀ ਇਹ ਚਿੱਠੀਆਂ ਫਰਜ਼ੀ ਵੀ ਹੁੰਦੀਆਂ ਨੇ। ਪਰ ਕਿਉਂਕਿ ਜਦੋਂ ਜਾਂਚ ਘੁਟਾਲੇ ਦੀ ਹੋਣੀ ਹੋਵੇ ਉਦੋਂ ਕੋਈ ਵੀ ਚਿੱਠੀ ਅਗਰ ਵਾਇਰਲ ਹੁੰਦੀ ਹੈ ਜਾਂ ਕੋਈ ਵੀ ਚਿੱਠੀ ਅਗਰ ਪਹੁੰਚਦੀ ਹੈ ਕਿਸੇ ਅਫਸਰ ਕੋਲੇ ਤਾਂ ਅਫਸਰ ਉਹਨੂੰ ਬਹੁਤ ਸੀਰੀਅਸਲੀ ਇਨਵੈਸਟੀਗੇਟ ਕਰਦੇ ਨੇ ਹਰਜੋਤ ਜੀ। ਹੁਣ ਇੱਕ ਇਸੇ WhatsApp ਚੈਟ ਅੱਜ ਕੱਲ ਬੜਾ ਆਮ ਹੋ ਗਿਆ, ਲੋਕ WhatsApp ਤੇ ਵਾਇਸ ਮੈਸੇਜ ਵੀ ਭੇਜ ਦਿੰਦੇ ਨੇ ਜੀ। ਕਈ ਵਾਰੀ ਮੇਰੇ ਦੋਸਤ WhatsApp ਮੈਸੇਜ ਭੇਜ ਦਿੰਦੇ ਨੇ ਵੀ ਡੱਲਾ ਜੀ ਆ ਮਾੜਾ ਜਿਹਾ ਇੱਥੇ ਆਈਓ, ਆਪਾਂ ਇਕੱਠੇ ਹੋਣਾ ਇਸ ਜਗ੍ਹਾ। ਸੋ ਵਿਜੀਲੈਂਸ ਬਿਊਰੋ ਦੇ ਹੱਥ ਇੱਕ ਮੋਬਾਈਲ ਲੱਗਿਆ, ਕਹਿੰਦੇ ਉਹਦੇ ਵਿੱਚ WhatsApp ਚੈਟ ਹੈ। ਇਹ ਮੈਂ ਆਉਂਦੇ ਦਿਨਾਂ 'ਚ ਦੱਸੂਗਾ ਉਹ WhatsApp ਚੈਟ ਕਿਹਦੇ ਵਿਚਾਲੇ ਹੈ, ਕਿਉਂਕਿ ਮੈਂ ਇਹਨੂੰ ਇਹਦੇ ਤੇ ਹੋਰ ਇਨਫੋਰਮੇਸ਼ਨ ਲੈ ਰਿਹਾ ਕਿ ਉਹ WhatsApp ਚੈਟ ਦਾ ਕੰਟੈਂਟ ਕੀ ਹੈ, ਕਿ ਉਹ ਲੀਗਲ ਹੈ, ਵੈਲਿਡ ਹੈ, ਕਿਸੇ ਨੇ ਫਰਜ਼ੀ ਤਾਂ ਨਹੀਂ ਉਹ ਦਿਖਾਈ, ਕਿਉਂਕਿ WhatsApp ਚੈਟ ਫਰਜ਼ੀ ਵੀ ਬਣ ਜਾਂਦੇ ਆ। ਬਿਲਕੁਲ। ਸੋ ਇਸ ਕਰਕੇ ਹੁਣ ਉਹ WhatsApp ਚੈਟ ਦੇ ਵਿੱਚ ਸਰਕਾਰੀ ਅਫਸਰ ਵੀ ਹੈ, ਠੇਕੇਦਾਰ ਵੀ ਹੈ। ਹੁਣ ਅਗਰ ਕੋਈ ਇਹੋ ਜਿਹੀ ਚੈਟ ਹੈ, WhatsApp ਦੇ ਸੁਨੇਹਾਂ ਦਾ ਆਦਾਨ ਪ੍ਰਦਾਨ ਹੋਇਆ ਹੈ ਤੇ ਉਹ ਅਗਰ ਸੱਚ ਹੋਏ, ਅਗਰ ਵਿਜੀਲੈਂਸ ਬਿਊਰੋ ਕੋਲੇ ਪਹੁੰਚ ਚੁੱਕੇ, ਉਹਦੇ ਤੋਂ ਵੀ ਕਈ ਨਵੀਆਂ ਕੜੀਆਂ ਵਿਜੀਲੈਂਸ ਬਿਊਰੋ ਕੋਲੇ ਆਉਣਗੀਆਂ। ਪਰ ਮੈਂ ਇਹ ਦੱਸ ਦਿੰਦਾ, ਵਿਜੀਲੈਂਸ ਬਿਊਰੋ ਨੇ ਇੱਕ ਕੱਚੀ ਪਰਚੀ ਬਣਾਈ ਹੈ, ਕੱਚੀ ਲਿਸਟ ਕਹਿ ਲਓ, ਪਰਚੀ ਨਹੀਂ ਕਹਿੰਦਾ ਮੈਂ, ਮਾਫੀ ਚਾਹੂੰਗਾ। ਕੱਚੀ ਲਿਸਟ ਬਣਾਈ ਹੈ, ਜਿਵੇਂ ਆਪਾਂ ਨੋਟ ਕਰ ਲੈਂਦੇ ਆ ਵੀ ਭਾਈ ਆਪਾਂ ਕਿਹੜੀਆਂ ਖਬਰਾਂ ਨੇ ਜਿਹੜੀਆਂ ਪ੍ਰੋਗਰਾਮ 'ਚ ਬੋਲਣੀਆਂ ਨੇ ਜਾਂ ਉਹਨਾਂ ਦਾ ਐਨਾਲਿਸਿਸ ਕਰਨਾ। ਜੀ। ਉਹਦੇ 'ਚ ਕਈ ਐਕਸ ਐਮਐਲਏ ਨੇ, ਕਈ ਐਕਸ ਹਲਕਾ ਇੰਚਾਰਜ ਨੇ। ਹੁਣ ਸਵਾਲ ਇਹ ਹੈ ਕਿ ਤੇਲੂ ਰਾਮ ਵੀ ਐਕਸ ਐਮਐਲਏਆਂ ਦਾ ਨਾਮ ਲੈ ਕੇ ਗਏ ਨੇ ਜਾਂ ਨਹੀਂ? ਕਿ ਭਾਰਤ ਭੂਸ਼ਣ ਆਸ਼ੂ ਇਹਦੇ ਉੱਪਰ ਕੋਈ ਵਿਜੀਲੈਂਸ ਨੂੰ ਇਨਪੁਟ ਦੇਣਗੇ? ਇਹ ਸਾਰੇ ਮੈਟਰ ਆਫ ਇਨਵੈਸਟੀਗੇਸ਼ਨ ਹੈ। ਲੇਕਿਨ ਵਿਜੀਲੈਂਸ ਬਿਊਰੋ ਦੀ ਨਜ਼ਰ ਹੈ ਕਈ ਐਕਸ ਐਮਐਲਏ, ਕਈ ਹਲਕਾ ਇੰਚਾਰਜਾਂ ਤੇ। ਅਗਰ ਇਹ ਸਾਬਤ ਹੋ ਗਿਆ ਕਿ ਮੰਡੀਆਂ ਦੀ ਠੇਕਿਆਂ ਦੀ ਅਲਾਟਮੈਂਟ ਦੇ ਵਿੱਚ ਐਕਸ ਐਮਐਲਏ ਜਾਂ ਹਲਕਾ ਇੰਚਾਰਜਾਂ ਦਾ ਦਖਲ ਰਿਹਾ ਤੇ ਫਿਰ ਦਖਲ ਬਿਨਾਂ ਪੈਸੇ ਤੋਂ ਤਾਂ ਹੁੰਦਾ ਹੀ ਨਹੀਂ। ਜੇ ਦਖਲ ਵਿਜੀਲੈਂਸ ਬਿਊਰੋ ਨੂੰ ਸਬੂਤ ਮਿਲ ਗਏ ਫਿਰ ਤਾਂ ਪੈਸਿਆਂ ਦੇ ਸਬੂਤ ਵੀ ਮਿਲ ਸਕਦੇ ਨੇ। ਸੋ ਇਸ ਕਰਕੇ ਕਈ ਐਮਐਲਏ, ਸਾਬਕਾ ਅਫਸਰ, ਮੌਜੂਦਾ ਅਫਸਰ, ਕਈ ਹਲਕਾ ਇੰਚਾਰਜ ਉਹ ਵੀ ਵਿਜੀਲੈਂਸ ਬਿਊਰੋ ਦੇ ਰਡਾਰ ਤੇ ਹੈ। ਔਰ ਵਿਜੀਲੈਂਸ ਬਿਊਰੋ ਦੇ ਲਈ ਇਹ ਮਾਮਲਾ ਬਹੁਤ ਵੱਡੀ ਚੁਣੌਤੀ ਹੈ ਹਰਜੋਤ ਜੀ। ਬਿਲਕੁਲ, ਬਿਊਰੋ ਨੇ ਇਹ ਮਾਮਲਾ ਪੂਰਾ ਹੱਲ ਕਰਤਾ। ਅਗਰ ਵਿਜੀਲੈਂਸ ਬਿਊਰੋ ਸਬੂਤ ਕੱਢ ਲਿਆਇਆ ਕਰਪਸ਼ਨ ਦੇ ਤੇ ਇਹ ਮੈਨੂੰ ਲੱਗਦਾ ਵਿਜੀਲੈਂਸ ਬਿਊਰੋ ਦੀ ਜਿਹੜੀ ਪ੍ਰਤਿਸ਼ਠਾ ਹੈ, ਉਹਦਾ ਮਾਨ ਸਨਮਾਨ ਹੈ, ਬਹੁਤ ਵੱਡਾ ਹੋ ਜਾਊਗਾ। ਕਿਉਂਕਿ ਘਪਲਾ ਤਾਂ ਹੋਇਆ ਹੈ, ਪਹਿਲੀ ਨਜ਼ਰ 'ਚ ਨਜ਼ਰ ਆਉਂਦਾ ਘਪਲਾ ਹੋਇਆ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਉਹ ਪੀੜਤ ਹੋਏ ਨੇ। ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਝੂਠੇ ਨਹੀਂ ਹੋ ਸਕਦੇ ਔਰ ਝੂਠੀਆਂ ਦਰਖਾਸਤਾਂ ਨਹੀਂ ਦੇ ਸਕਦੇ। ਸੋ ਸੱਚ ਕਿੰਨਾ ਹੈ ਔਰ ਤੜਕਾ ਕਿੰਨਾ ਹੈ, ਇਹ ਹੁਣ ਵਿਜੀਲੈਂਸ ਬਿਊਰੋ ਦੇ ਲਈ ਚੁਣੌਤੀ ਹੈ।
ਪਰ ਇਹ ਵੀ ਪਤਾ ਲੱਗਿਆ ਕਿ ਜਦੋਂ ਵਿਜੀਲੈਂਸ ਬਿਊਰੋ ਇਨਵੈਸਟੀਗੇਟ ਕਰ ਰਿਹਾ, ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵਿਜੀਲੈਂਸ ਬਿਊਰੋ ਨੂੰ ਇਨਪੁਟ ਮਿਲ ਰਹੀ ਹੈ। ਔਰ ਇਹ ਵੀ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਵਿਜੀਲੈਂਸ ਬਿਊਰੋ ਇਸ ਮਾਮਲੇ 'ਚ, ਮੰਡੀ ਟੈਂਡਰ ਘੁਟਾਲੇ ਦੇ ਮਾਮਲੇ ਦੇ ਵਿੱਚ, ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤੇ ਹੋਰ ਕੇਸ ਦਰਜ ਕਰੇ ਜਾਂ ਇਸੇ ਕੇਸ 'ਚ ਨਾਮ ਪਾਵੇ। ਇਹ ਹੋ ਸਕਦਾ ਹੈ। ਸੋ ਸਾਨੂੰ ਆਉਂਦੇ ਦਿਨਾਂ ਦੇ ਵਿੱਚ ਇਸ ਟੈਂਡਰ ਘੁਟਾਲੇ ਦੇ ਵਿੱਚ ਹੋਰ ਲੋਕਾਂ ਦੇ ਨਾਮ ਜੁੜਦੇ ਵੀ ਸਾਨੂੰ ਨਜ਼ਰ ਆ ਸਕਦੇ ਨੇ। ਵਿਜੀਲੈਂਸ ਬਿਊਰੋ ਇੰਨੀ ਗਹਿਰਾਈ ਦੇ ਨਾਲ ਇਨਵੈਸਟੀਗੇਸ਼ਨ ਕਰ ਰਿਹਾ, ਔਰ ਇੱਥੋਂ ਤੱਕ ਵੀ ਹਰਜੋਤ ਜੀ ਪਤਾ ਲੱਗਿਆ ਕਿ ਜਿਹੜਾ ਇੱਕ ਸਾਥੀ ਸੀ ਭਾਰਤ ਭੂਸ਼ਣ ਆਸ਼ੂ ਉਹਨਾਂ ਦਾ, ਐਮਐਲਏ ਦਾ, ਸਾਬਕਾ ਮੰਤਰੀ ਦਾ, ਜਿਹਨੂੰ ਪੀਏ ਕਿਹਾ ਜਾ ਰਿਹਾ ਹੈ, ਮੀਨੂ ਪੰਕਜ ਮਲਹੋਤਰਾ। ਮੀਨੂ ਪੰਕਜ ਮਲਹੋਤਰਾ ਦੀ ਪ੍ਰਾਪਰਟੀ ਕਿੱਥੇ ਹੈ? ਕੋਠੀ, ਕੋਈ ਪਲਾਟ, ਕੋਈ ਉਹਨਾਂ ਨੇ ਕੋਠੀ ਤਾਂ ਨਹੀਂ ਲਈ, ਕੋਈ ਉਹਨਾਂ ਨੇ ਹੋਰ ਪਲਾਟ ਤਾਂ ਨਹੀਂ ਲਿਆ, ਕੋਈ ਬੇਨਾਮੀ ਪ੍ਰਾਪਰਟੀ ਤਾਂ ਨਹੀਂ ਖਰੀਦੀ। ਉਹ ਵੀ ਇਨਵੈਸਟੀਗੇਸ਼ਨਾਂ ਹੋ ਰਹੀਆਂ ਨੇ। ਇਸੇ ਤਰ੍ਹਾਂ ਜਿਹੜੇ ਮੰਤਰੀ ਨੇ, ਸਾਬਕਾ ਮੰਤਰੀ ਨੇ, ਜਾਂ ਜਿਹੜੇ ਹੋਰ ਲੋਕ ਇਨਵੋਲਵ ਨੇ, ਉਹਨਾਂ ਦੀਆਂ ਜਾਇਦਾਦਾਂ ਦੇ ਬਾਰੇ ਵੀ ਮੋٹے-ਮੋٹے ਅੰਦਾਜ਼ੇ ਲੱਗਣੇ ਸ਼ੁਰੂ ਹੋ ਗਏ। ਵਿਜੀਲੈਂਸ ਬਿਊਰੋ ਕੱਲ ਨੂੰ ਹੋਰ ਜਾਂਚ ਹੈ ਜਿਹੜੀ ਆਪਣੀ ਉਹਨੂੰ ਵਿਸਥਾਰ ਦੇ ਸਕਦਾ ਹੈ। ਔਰ ਗੱਲ ਤਾਂ ਸਿਰਫ ਮੰਡੀਆਂ ਦੇ ਟੈਂਡਰ ਘੁਟਾਲੇ ਦੀ ਚੱਲ ਰਹੀ ਹੈ, ਪਰ ਵਿਜੀਲੈਂਸ ਬਿਊਰੋ ਕੋਲੇ ਸੁਨੇਹੇ ਆਉਣ ਲੱਗ ਗਏ ਜੀ, ਜ਼ੁਬਾਨੀ ਵੀ, ਕਿ ਜਿਹਦੇ ਵਿੱਚ ਕਣਕ ਦੇ ਨਾਲ, ਫੂਡ ਐਂਡ ਸਿਵਲ ਸਪਲਾਈ ਨਾਲ ਜੁੜੇ ਹੋਰ ਮਾਮਲੇ ਨੇ, ਉਹਦੇ ਬਾਰੇ ਵੀ ਲੋਕ ਦੱਸਣ ਲੱਗ ਗਏ ਵੀ ਆ ਵੀ ਘੁਟਾਲਾ ਹੋ ਸਕਦਾ ਜੀ। ਮਿਡ ਡੇ ਮੀਲ 'ਚ ਵੀ ਘੁਟਾਲਾ ਹੋ ਸਕਦਾ ਹੈ, ਕਣਕ ਦੀ ਡਿਸਟ੍ਰੀਬਿਊਸ਼ਨ 'ਚ ਵੀ ਘੁਟਾਲਾ ਹੋ ਸਕਦਾ ਹੈ। ਔਰ ਇਹ ਵੀ ਚਰਚਾਵਾਂ ਨੇ ਕਿ ਪੰਜਾਬ 'ਚ ਬਾਹਰਲੇ ਸੂਬਿਆਂ ਤੋਂ ਵੀ ਕਣਕ ਆਈ ਸੀ। ਅਗਰ ਬਾਹਰਲੇ ਸੂਬਿਆਂ ਤੋਂ ਕਣਕ ਆਈ ਸੀ ਤੇ ਉਹਦੇ ਤੇ ਕੀ ਕਾਰਵਾਈ ਕੀਤੀ ਗਈ? ਕੀ ਕੋਈ ਮੰਡੀਆਂ ਦੇ ਘੁਟਾਲੇ ਦੇ ਨਾਲ, ਟੈਂਡਰਾਂ ਦੇ ਨਾਲ ਉਹਦਾ ਲਿੰਕ ਤਾਂ ਨਹੀਂ ਜੁੜਦਾ? ਇਹ ਵੀ ਵਿਜੀਲੈਂਸ ਬਿਊਰੋ ਇਨਵੈਸਟੀਗੇਟ ਕਰ ਰਿਹਾ। ਸੋ ਇਹ ਮਾਮਲਾ ਹਜੇ ਅਸੀਂ ਇਹ ਨਾ ਮੰਨੀਏ ਹਰਜੋਤ ਜੀ ਖਤਮ ਹੋ ਗਿਆ ਕਿ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਨੂੰ ਫੜ ਲਿਆ। ਭਾਰਤ ਭੂਸ਼ਣ ਆਸ਼ੂ ਦਾ ਰਿਮਾਂਡ, ਕਿਉਂਕਿ ਉਹਨਾਂ ਨੂੰ ਕੱਲ ਨੂੰ ਪੇਸ਼ ਕਰਨਾ 27 ਅਗਸਤ ਨੂੰ, ਭਾਰਤ ਭੂਸ਼ਣ ਆਸ਼ੂ ਉਹਨਾਂ ਨੂੰ। ਸੋ ਵਿਜੀਲੈਂਸ ਬਿਊਰੋ ਉਹਨਾਂ ਦਾ ਹੋਰ ਰਿਮਾਂਡ ਮੰਗੇਗੀ, ਔਰ ਜਦੋਂ ਵਿਜੀਲੈਂਸ ਬਿਊਰੋ ਹੋਰ ਰਿਮਾਂਡ ਮੰਗੇਗੀ ਪਰਸੋਂ, ਅੱਜ, ਕੱਲ ਜਦੋਂ ਪੇਸ਼ ਕਰੇਗੀ ਵਿਜੀਲੈਂਸ ਬਿਊਰੋ ਭਾਰਤ ਭੂਸ਼ਣ ਆਸ਼ੂ ਨੂੰ, ਜਦੋਂ ਹੋਰ ਰਿਮਾਂਡ ਮੰਗੇਗੀ ਤਾਂ ਵਿਜੀਲੈਂਸ ਬਿਊਰੋ ਨਵੇਂ ਤੱਥ ਵੀ ਅਦਾਲਤ ਦੇ ਵਿੱਚ ਲੈ ਕੇ ਜਾਏਗੀ। ਬਿਲਕੁਲ 27 ਅਗਸਤ ਦਾ ਦਿਨ ਹੈ ਜਿਹੜਾ, ਉਹ ਬਹੁਤ ਅਹਿਮ ਹੈ। ਹੋ ਸਕਦਾ ਵਿਜੀਲੈਂਸ ਬਿਊਰੋ ਕੋਈ ਪ੍ਰੈਸ ਰਿਲੀਜ਼ ਜਾਰੀ ਕਰੇ ਜਿਹਦੇ ਵਿੱਚ ਭਾਰਤ ਭੂਸ਼ਣ ਆਸ਼ੂ ਵੱਲੋਂ ਕਿਹੜੀ ਗੱਲ ਜਿਹੜੀ ਹੈ ਉਹਨਾਂ ਨੇ ਵਿਜੀਲੈਂਸ ਬਿਊਰੋ ਦੇ ਸਵਾਲਾਂ ਦੇ ਜਵਾਬ 'ਚ ਕਹੀ ਹੈ, ਉਹ ਦਰਜ ਹੋਵੇ। ਸੋ ਅਗਲੇ 2 ਦਿਨ, ਅੱਜ ਦਾ ਦਿਨ ਔਰ ਕੱਲ ਦਾ ਦਿਨ, ਇਸ ਟੈਂਡਰ ਘੁਟਾਲੇ ਦੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਅਹਿਮੀਅਤ ਵਾਲੇ ਨੇ ਹਰਜੋਤ ਜੀ। ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਜੀ, ਕਿਉਂਕਿ ਇੰਨੇ ਵੱਡੇ ਘੁਟਾਲੇ ਦੇ ਉੱਪਰ ਅਗਰ ਵਿਜੀਲੈਂਸ ਬਿਊਰੋ ਇਨਵੈਸਟੀਗੇਟ ਕਰ ਰਹੀ ਹੈ ਤਾਂ ਫਿਰ ਜ਼ਾਹਿਰ ਜੀ ਗੱਲ ਹੈ ਕਿ ਉਸ ਡਿਪਾਰਟਮੈਂਟ ਦੀ ਅਗਰ ਗੱਲ ਕਰੀਏ, ਫੂਡ ਐਂਡ ਸਿਵਲ ਸਪਲਾਈ, ਤਾਂ ਹੋਰ ਮਸਲਿਆਂ ਤੇ ਵੀ ਘੁਟਾਲੇ ਜਾਂ ਘਪਲੇ ਹੋਏ ਹੋ ਸਕਦੇ ਨੇ। ਸੋ ਵਾਕਈ ਜਾਂਚ ਦਾ ਵਿਸ਼ਾ ਹੋਰ ਵੀ ਮਾਮਲੇ ਕਈ ਬਣ ਜਾਂਦੇ, ਜਿਵੇਂ ਕਿ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ। ਪਰ ਕੀ ਲੱਗਦਾ ਹੈ ਕਿ ਹਲੇ ਪਹਿਲਾਂ ਇੱਕ ਕਰਕੇ ਵਿਜੀਲੈਂਸ ਬਿਊਰੋ ਮਾਮਲਿਆਂ ਨੂੰ ਸੁਲਝਾਉਂਦੀ ਨਜ਼ਰ ਆਏਗੀ, ਕਿ ਲੱਗਦਾ ਹੈ ਕਿ ਨਾਲ ਦੀ ਨਾਲ ਸਾਰੇ ਹੀ ਮਾਮਲਿਆਂ ਦੇ ਉੱਪਰ ਜਾਂਚ ਸ਼ੁਰੂ ਕਰ ਸਕਦੀ ਹੈ ਵਿਜੀਲੈਂਸ ਬਿਊਰੋ? ਦੇਖੋ, ਮੈਨੂੰ ਲੱਗਦਾ ਹੈ ਕਿ ਅਗਰ ਦੂਸਰੇ ਮਾਮਲਿਆਂ ਦੇ ਵਿੱਚ ਕੋਈ ਸ਼ਿਕਾਇਤ ਆਏਗੀ ਹਰਜੋਤ ਜੀ, ਤੇ ਸ਼ਿਕਾਇਤ ਤਾਂ ਜ਼ਰੂਰ ਵਿਜੀਲੈਂਸ ਬਿਊਰੋ ਉਹਦੀ ਪੜਤਾਲ ਕਰ ਸਕਦੀ ਹੈ ਸ਼ਿਕਾਇਤ ਦੀ, ਪਰ ਇਸ ਟੈਂਡਰ ਘੁਟਾਲੇ ਦੀ ਤਾਂ ਜਾਂਚ ਚੱਲ ਹੀ ਰਹੀ ਹੈ। ਇਹਦੇ ਲਈ ਕਹਿੰਦੇ ਭਗਵੰਤ ਮਾਨ ਦੀਆਂ ਵੀ ਸਪਸ਼ਟ ਹਦਾਇਤਾਂ ਨੇ ਵਿਜੀਲੈਂਸ ਬਿਊਰੋ ਨੂੰ ਕਿ ਪੂਰੀ ਨਿਰਪੱਖਤਾ ਦੇ ਨਾਲ ਜਾਂਚ ਹੋਵੇ, ਕਿਸੇ ਵੀ ਨਿਰਦੋਸ਼ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਔਰ ਜਿਹੜੇ ਵਿਜੀਲੈਂਸ ਬਿਊਰੋ ਦੇ ਚੀਫ ਨੇ, ਉਹਨਾਂ ਬਾਰੇ ਵੀ ਮੰਨਿਆ ਜਾਂਦਾ ਕਿ ਉਹ ਨਿਹਾਇਤ ਇਮਾਨਦਾਰ ਹੈ। ਇਸ ਕਰਕੇ ਜਿਹੜੀ ਇਹ ਇਨਵੈਸਟੀਗੇਸ਼ਨ ਹੈ, ਇਹਦੇ ਪਿੱਛੇ ਇਮਾਨਦਾਰੀ ਦੀ ਤਾਕਤ ਵੀ ਹੈ। ਸੋ ਜਦੋਂ ਇਮਾਨਦਾਰੀ ਦੀ ਤਾਕਤ ਦੇ ਨਾਲ ਕਰਪਸ਼ਨ ਦਾ ਇਨਵੈਸਟੀਗੇਸ਼ਨ ਹੋ ਰਿਹਾ ਹੈ, ਤੇ ਉਹਦੇ ਚੋਂ ਬਹੁਤ ਵੱਡੇ ਰਿਜ਼ਲਟ ਆਉਣ ਦੀ ਸੰਭਾਵਨਾ ਹਰਜੋਤ ਜੀ ਬਣੀ ਹੋਈ ਹੈ। ਜੀ ਬਿਲकुल सही किया। अगली खबर का रुख करते हैं डल्ला जी, कोटकपुरा गोलीकांड मामले दे विच जो है सुखबीर बादल तो पुछ-गिछ दे खबरां ने, चर्चे जरूर ने। सो इस मामले नूं भी जानना चाहांगे, किस तरीके नाल देखदे हो? देखो, ਇਹ ਚਰਚਾਵਾਂ ਮੀਡੀਆ ਦੇ ਵਿੱਚ ਆਈਆਂ ਨੇ। ਹਾਲਾਂਕਿ ਸੁਖਬੀਰ ਬਾਦਲ ਨੇ ਕਹਿਤਾ ਕਿ ਮੈਨੂੰ ਕੋਈ ਸੰਮਨ ਨਹੀਂ ਆਇਆ, ਪਰ ਚਰਚਾਵਾਂ ਨੇ ਕਿ 30 ਅਗਸਤ ਨੂੰ ਸਵੇਰੇ 10:30 ਵਜੇ ਐਸਆਈਟੀ ਜਿਹੜੀ ਬਣੀ ਸੀ ਕੋਟਕਪੁਰਾ ਗੋਲੀकांड ਦੇ ਮਾਮਲੇ ਦੇ ਵਿੱਚ, ਉਹਨਾਂ ਨੇ ਸੁਖਬੀਰ ਬਾਦਲ ਨੂੰ ਕਹਿੰਦੇ ਸੱਦਿਆ। ਮੀਡੀਆ 'ਚ ਵੀ ਰਿਪੋਰਟਾਂ ਆਈਆਂ ਨੇ। ਔਰ 10:30 ਵਜੇ ਜਿਹੜਾ
32 ਸੈਕਟਰ ਹੈ ਚੰਡੀਗੜ੍ਹ ਦੇ ਵਿੱਚ, ਜਿੱਥੇ ਪੰਜਾਬ ਪੁਲਿਸ ਦਾ ਹੈੱਡਕੁਆਟਰ ਹੈ। ਉੱਥੇ ਉਹਨਾਂ ਨੂੰ ਸੱਦਿਆ ਗਿਆ। 2015 ਦੇ ਵਿੱਚ ਕੋਟਕਪੂਰਾ ਗੋਲੀकांड ਦੀ ਜਾਂਚ ਦੇ ਲਈ ਜਿਹੜੀ ਇਹ ਸਿੱਟ ਹੈ, ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਘਟਨਾ ਜਦੋਂ ਹੋਈ ਉਦੋਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹ ਆਪਣਾ ਸ਼ਾਂਤੀਪੂਰਵਕ ਉੱਥੇ ਬੈਠੇ ਹੋਏ ਸੀ। ਉਹਨਾਂ ਨੂੰ ਰੋਸ ਸੀ ਇਸ ਗੱਲ ਦਾ ਜੋ ਘਟਨਾ ਉੱਥੇ ਵਾਪਰੀ ਹੈ। ਔਰ ਇਨਵੈਸਟੀਗੇਸ਼ਨ ਹਜੇ ਵੀ ਉਹੀ ਹੋਣੀ ਹੈ ਕਿ ਪੁਲਿਸ ਫਾਇਰਿੰਗ ਦਾ ਹੁਕਮ ਕਿਸ ਨੇ ਦਿੱਤਾ ਸੀ ਤੇ ਉਹ ਕਿਹਨਾਂ ਲੋਕਾਂ ਨੇ, ਕਿਹੜੇ ਮੁਲਾਜ਼ਮਾਂ ਨੇ ਫਾਇਰ ਕੀਤਾ ਸੀ। ਇਹ ਇਨਵੈਸਟੀਗੇਸ਼ਨ ਹੈ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਹੋਈ ਸੀ, ਸਾਨੂੰ ਪਤਾ ਹੈ। ਹੁਣ ਇੱਕ ਵਾਰੀ ਫੇਰ ਸੁਖਬੀਰ ਬਾਦਲ ਦਾ ਚਰਚਾ ਹੋ ਰਿਹਾ ਕਿ ਸੁਖਬੀਰ ਬਾਦਲ ਨੂੰ ਉੱਥੇ ਸੱਦਿਆ। ਹੁਣ ਸੁਖਬੀਰ ਬਾਦਲ ਕਹਿੰਦੇ ਮੈਨੂੰ ਤਾਂ ਸੰਮਨ ਨਹੀਂ ਮਿਲੇ। ਹੁਣ ਉਹ ਇਹ ਕਹਿ ਰਹੇ ਨੇ। ਸੋ ਸਾਰਿਆਂ ਨੇ ਆਪਣਾ ਆਪਣਾ ਪੱਖ ਰੱਖਿਆ, ਮੀਡੀਆ ਦੇ ਵਿੱਚ ਸਾਰਿਆਂ ਦਾ ਪੱਖ ਹਰਜੋਤ ਜੀ ਆ ਰਿਹਾ। ਪਰ ਅਗਰ ਸੁਖਬੀਰ ਬਾਦਲ ਨੂੰ ਸੱਦਿਆ ਜਾਂਦਾ ਹੈ ਤੇ ਇਹ ਇਸ ਤੋਂ ਪਹਿਲਾਂ ਦੇਖੋ ਡੀਜੀਪੀ ਸੁਮੇਧ, ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵੀ ਸੱਦਿਆ ਗਿਆ ਸੀ। ਸੋ ਅਗਰ ਸੁਖਬੀਰ ਬਾਦਲ ਨੂੰ ਸੱਦਿਆ ਜਾਂਦਾ ਹੈ, ਉਸ ਤੋਂ ਬਾਅਦ ਸੁਖਬੀਰ ਬਾਦਲ ਨੂੰ ਸੱਦਣ ਤੋਂ ਬਾਅਦ ਕੀ ਦੁਬਾਰਾ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਹੋਏਗੀ? ਇਹ ਅਗਲਾ ਸਵਾਲ ਹੈ, ਫਿਰ ਇਹ ਪੈਦਾ ਹੋਏਗਾ। ਜੀ 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 ਬਿਲकुल। सो कुंवर विजय प्रताप ਦਾ ਵੀ ਇੱਕ ਜੋ ਬਿਆਨ ਹੈ, ਵੱਡਾ ਬਿਆਨ ਹੈ ਸੁਖਬੀਰ ਬਾਦਲ ਨੂੰ ਲੈ ਕੇ, ਉਹ ਵੀ ਉਸ ਦੇ ਉੱਪਰ ਵੀ ਜ਼ਰੂਰ ਚਰਚਾ ਕਰਨੀ ਚਾਹਾਂਗੇ। ਦੇਖੋ ਕੁੰਵਰ ਵਿਜੇ ਪ੍ਰਤਾਪ ਹੋਣੀ ਤਾਂ ਪਹਿਲੇ ਦਿਨ ਤੋਂ ਇਹ ਮੰਗ ਕਰ ਰਹੇ ਨੇ ਕਿ ਇਨਸਾਫ ਦਿੱਤਾ ਜਾਵੇ। ਔਰ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਆਪਣੀ ਸਰਕਾਰ ਵੇਲੇ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਉਹਨਾਂ ਨੇ ਗੱਲ ਕੀਤੀ, ਉਹਨਾਂ ਨੇ ਵਿਧਾਨ ਸਭਾ 'ਚ ਵੀ ਗੱਲ ਕੀਤੀ ਔਰ ਉਹ ਚਾਹੁੰਦੇ ਨੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ। ਔਰ ਉਹਨਾਂ ਦਾ ਓਪੀਨੀਅਨ ਇਹ ਹੈ ਕਿ ਜਿਹੜੇ ਇਸ ਮਾਮਲੇ ਦੇ ਵਿੱਚ ਜਿਹੜੇ ਪਿਛਲੀ ਸਰਕਾਰ ਦੇ ਡਿਪਟੀ ਮੁੱਖ ਮੰਤਰੀ ਹੈ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਪੁੱਛਗਿੱਛ ਨਹੀਂ ਹੋਣੀ ਚਾਹੀਦੀ। ਸੋ ਉਹਨਾਂ ਦਾ ਓਪੀਨੀਅਨ ਹੈ ਜਿਹੜਾ ਆਪਣਾ ਹੈ ਕੁੰਵਰ ਵਿਜੇ ਪ੍ਰਤਾਪ ਉਹਨਾਂ ਦਾ। ਪਰ ਸੁਖਬੀਰ ਬਾਦਲ ਪਹਿਲਾਂ ਵੀ ਇਹ ਕਹਿੰਦੇ ਰਹੇ ਨੇ ਕਿ ਉਹਨਾਂ ਦੇ ਨਾਲ ਕਾਂਗਰਸ ਨੇ ਸਿਆਸਤ ਕੀਤੀ, ਆਮ ਆਦਮੀ ਪਾਰਟੀ ਨੇ ਸਿਆਸਤ ਕੀਤੀ। ਬਾਕੀ ਤਾਂ ਹੁਣ ਦੇਖੋ ਮਾਮਲਾ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਹੋਏਗੀ, ਇਸ ਸਿੱਟ ਵੱਲੋਂ ਤੇ ਸਰਕਾਰ ਤੇ ਦਬਾਅ ਵੀ ਬਣਨਾ ਹੈ, ਭਗਵੰਤ ਮਾਨ ਦੀ ਸਰਕਾਰ ਤੇ ਦਬਾਅ ਵੀ ਬਣਨਾ ਹੈ ਕਿ ਤੁਸੀਂ ਹੁਣ ਇਹਨੂੰ ਆਖਰੀ ਮੁਕਾਮ ਤੇ ਕਿਵੇਂ ਲੈ ਕੇ ਜਾਓਗੇ। जी जी बिल्कुल। ते डल्ला जी उधर अगर गल करिए मानसा तो खबर दी कि मानसा विच जो सिद्धू मूसेवाला नूं लैके उहदी याद विच ते इंसाफ दिवाउण नूं लैके कैंडल मार्च कढिया गया सी। हज़ारां प्रशंसक भी उत्थे पहुंचे सन। सिद्धू मूसेवाला दे माता जी ते पिता जी काफी भावुक भी नजर आए, प्रशंसक भी काफी जो है उन्हां दे काफी भावुक होए, माहौल काफी भावुक सी। पर उत्थे सिद्धू मूसेवाला दे पिता जी ने 3 मंगां 3 शर्तां रखियां ने इंसाफ दे लई, ਉਹਦੇ ਬਾਰੇ ਵੀ ਪੂਰੀ ਜਾਣਕਾਰੀ ਜ਼ਰੂਰ ਚਾਹਾਂਗੇ। ਦੇਖੋ ਕੈਂਡਲ ਮਾਰਚ ਹੋਇਆ ਕਿਉਂਕਿ ਇਨਸਾਫ ਦੀ ਜਦੋਂ ਉਮੀਦ ਘਟਦੀ ਹੈ ਤੇ ਫਿਰ ਲੋਕ ਇਕੱਠੇ ਹੁੰਦੇ ਨੇ ਤੇ ਕੈਂਡਲ ਮਾਰਚ ਦਾ ਮਤਲਬ ਸਿਰਫ ਇਹੀ ਹੁੰਦਾ ਹੈ ਕਿ ਸਰਕਾਰ ਤੱਕ ਇਹ ਸੁਨੇਹਾ ਪਹੁੰਚੇ ਔਰ ਇਨਸਾਫ ਦੀ ਜਿਹੜੀ ਕਿਰਨ ਹੈ ਉਹ ਬੁਝੇ ਨਾ, ਰੌਸ਼ਨੀ ਬਰਕਰਾਰ ਰਵੇ ਔਰ ਇਨਸਾਫ ਮਿਲੇ। ਵੱਡੀ ਗਿਣਤੀ 'ਚ ਸਿੱਧੂ ਮੂਸੇਵਾਲਾ ਨੂੰ ਪਸੰਦ ਕਰਨ ਵਾਲੇ ਲੋਕ ਉੱਥੇ ਪਹੁੰਚੇ। ਮੈਂ ਵੀ ਕਦੀ ਕਦੀ ਸਿੱਧੂ ਮੂਸੇਵਾਲੇ ਦਾ ਗਾਣਾ ਸੁਣ ਲੈਣਾ। ਹੁਣ ਪ੍ਰਸ਼ੰਸਕ ਬਹੁਤ ਨੇ ਸਿੱਧੂ ਮੂਸੇਵਾਲੇ ਉਹਨਾਂ ਦੇ, ਇਸ ਕਰਕੇ ਵੱਡੀ ਗਿਣਤੀ 'ਚ ਉੱਥੇ ਇਕੱਠ ਹੋਇਆ। ਉੱਥੇ ਉਹਨਾਂ ਦੇ ਪਿਤਾ ਜੀ ਬਲਕੌਰ ਸਿੰਘ ਉਹ ਵੀ ਭਾਵੁਕ ਹੋਏ। ਸੁਭਾਵਿਕ ਹੈ, ਹਜੇ ਤੱਕ ਇਨਸਾਫ ਉਸ ਰੂਪ 'ਚ ਨਹੀਂ ਮਿਲਿਆ ਜਿਹਦੇ ਨਾਲ ਸਾਨੂੰ ਇਹ ਮਹਿਸੂਸ ਹੋ ਜਾਏ ਕਿ ਇਸ ਮਾਮਲੇ ਦਾ ਇਨਸਾਫ ਹੋ ਗਿਆ। ਹੁਣ ਉਹ ਕਹਿੰਦੇ ਵੀ ਇਸ ਪੂਰੇ ਮਾਮਲੇ ਦੀ ਜਾਂਚ ਲਈ ਸੁਰੱਖਿਆ ਮਿਲੀ, ਕਿਉਂ ਮਿਲੀ, ਕਿਉਂ ਹਟਾਈ ਗਈ, ਕਿਸ ਨੇ ਸੁਰੱਖਿਆ ਦਿੱਤੀ, ਕਿਸ ਦੇ ਕਹਿਣ ਤੇ ਹਟਾਈ ਗਈ, ਇੱਕ ਸ਼ਕਤੀਸ਼ਾਲੀ ਕਮਿਸ਼ਨ ਬਣੇ, ਉਹ ਇਸ ਪੂਰੇ ਮਾਮਲੇ ਦੀ ਜਾਂਚ ਕਰੇ। ਇੱਕ ਤਾਂ ਉਹਨਾਂ ਦੀ ਵੱਡੀ ਮੰਗ ਹੈ। ਦੂਸਰਾ ਉਹ ਕਹਿੰਦੇ ਵੀ ਪੰਜਾਬ ਦੀ ਮਿਊਜ਼ਿਕ ਔਰ ਫਿਲਮ ਇੰਡਸਟਰੀ ਨੂੰ ਬਾਲੀਵੁੱਡ ਕਹਿੰਦੇ ਨੇ, ਬੰਬੇ ਵਾਲਿਆਂ ਨੂੰ ਬਾਲੀਵੁੱਡ ਕਹਿੰਦੇ ਨੇ ਤੇ ਜਿਹੜੀ ਇੰਟਰਨੈਸ਼ਨਲ ਹੈ ਉਹਨੂੰ ਹਾਲੀਵੁੱਡ ਕਹਿੰਦੇ ਨੇ। ਸੋ ਕਹਿੰਦੇ ਕਿ ਬਾਲੀਵੁੱਡ ਦਾ ਅੰਡਰਵਰਲਡ ਦੇ ਨਾਲ ਕੀ ਸੰਬੰਧ ਹੈ, ਇਹਦੀ ਜਾਂਚ। ਉਹ ਕਹਿੰਦੇ ਕਈ ਲੋਕਾਂ ਦੇ ਨਾਮ ਅਕਸਰ ਸਾਹਮਣੇ ਆਉਂਦੇ ਰਹਿੰਦੇ ਨੇ, ਸੋ ਇਹਦੀ ਇਨਵੈਸਟੀਗੇਸ਼ਨ ਕਰੋ। ਫਿਰ ਉਹ ਕਹਿੰਦੇ ਕਿ ਗੈਂਗਵਾਰ ਆ ਜਿਹੜੀ, ਇਹਨੂੰ ਵੀ ਇਨਵੈਸਟੀਗੇਟ ਕੀਤਾ ਜਾਣਾ ਚਾਹੀਦਾ ਇੱਕ ਤਰੀਕੇ ਨਾਲ। ਵੀ ਬਹੁਤ ਸਾਰੇ ਲੋਕ ਨੇ ਜਿਹੜੇ
ਜਿਨ੍ਹਾਂ ਦਾ ਸੰਬੰਧ ਗੈਂਗਸਟਰਾਂ ਨਾਲ ਉਹਨਾਂ ਦੀ ਨੇੜਤਾ ਹੈ, ਬਹੁਤ ਸਾਰੇ ਲੋਕ ਨੇ ਕਹਿੰਦੇ ਇਹ ਵੀ ਉਹਨਾਂ ਦੇ ਕਹਿਣ ਦਾ ਭਾਵ ਸੀ ਵੀ ਇਹਨੂੰ ਵੀ ਇਨਵੈਸਟੀਗੇਟ ਕੀਤਾ ਜਾਵੇ। ਸੋ ਗੈਂਗਸਟਰਾਂ ਨਾਲ ਇੰਡਸਟਰੀ ਦੇ ਲੋਕਾਂ ਦੇ ਸੰਬੰਧਾਂ ਦੀ ਵੀ ਜਾਂਚ ਹੋਵੇ, ਮੂਲ ਰੂਪ ਦੇ ਵਿੱਚ ਇਹ ਵੀ ਉਹਨਾਂ ਦਾ ਇਸ਼ਾਰਾ ਸੀ। ਪਰ ਗੋਲਡੀ ਬਰਾੜ ਜਿਹੜਾ ਕੈਨੇਡਾ ਹੈ ਉਹਨੂੰ ਕਹਿੰਦੇ ਭਾਰਤ ਲਿਆਂਦਾ ਜਾਵੇ। ਸੋ ਇਸ ਰੂਪ ਦੇ ਵਿੱਚ ਉਹਨਾਂ ਦੀਆਂ ਮੰਗਾਂ ਹਰਜੋਤ ਜੀ ਰਹੀਆਂ ਨੇ। जी बिल्कुल। सो थोड़ा जा ਆਪਾਂ मैं जानना अगर गल करिए पंजाब सरकार की जो कारगुजारी चल रही है हुण तक दी उसके ऊपर भी थोड़ा चर्चा जरूर करना चाहांगी। इन्वेस्टिगेशंस ਦਾ ਦੌਰ ਲਗਾਤਾਰ ਚੱਲ ਰਿਹਾ, ਚਾਹੇ ਅਸੀਂ ਅਨਾਜ ਮੰਡੀਆਂ ਦੇ ਘੁਟਾਲੇ ਦੀ ਮਾਮਲੇ ਦੀ ਗੱਲ ਕਰ ਲਈਏ ਜਾਂ ਹੁਣ ਤੱਕ ਜੋ ਵੀ ਅਸੀਂ ਦੇਖ ਰਹੇ ਹਾਂ, ਮਤਲਬ ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਐਕਟਿਵ ਮੋਡ ਦੇ ਵਿੱਚ ਹੈ ਤੇ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੇ ਸਮੀਕਰਨ ਸਿਆਸਤ ਨੂੰ ਲੈ ਕੇ ਅਸੀਂ ਸਮਝ ਸਕਦੇ ਹਾਂ, ਖਾਸ ਤੌਰ ਤੇ ਪੰਜਾਬ ਦੀ ਸਿਆਸਤ ਦੀ ਆਪਾਂ ਗੱਲ ਕਰਦੇ ਹਾਂ ਜੀ। ਬਿਲਕੁਲ, ਦੇਖੋ ਇਲਜ਼ਾਮਬਾਜ਼ੀਆਂ ਦਾ ਦੌਰ ਤਾਂ ਉਸੇ ਤਰ੍ਹਾਂ ਚੱਲ ਰਿਹਾ। ਹੁਣ ਪ੍ਰਧਾਨ ਮੰਤਰੀ ਆਏ, ਉਹ ਇੱਕ ਵੱਡਾ ਕੈਂਸਰ ਸੈਂਟਰ ਦੇ ਕੇ ਗਏ। ਭਗਵੰਤ ਮਾਨ ਮੰਚ ਤੇ ਮੌਜੂਦ ਸੀ। ਸੁਖਪਾਲ ਭਗਵੰਤ ਮਾਨ ਉਹਨਾਂ ਨੇ ਵੈਲਕਮ ਵੀ ਕੀਤਾ ਨਰਿੰਦਰ ਮੋਦੀ ਦਾ। ਦੇਖੋ ਮੁੱਖ ਮੰਤਰੀ ਬਣ ਗਏ ਹੁਣ ਭਗਵੰਤ ਮਾਨ, ਹੁਣ ਉਹ ਵਿਰੋਧੀ ਧਿਰ ਦੇ ਆਗੂ ਨਹੀਂ ਹੈ। ਪ੍ਰਧਾਨ ਮੰਤਰੀ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਪ੍ਰੋਟੋਕਾਲ ਹੈ। ਸੋ ਭਗਵੰਤ ਮਾਨ ਨੇ ਮੰਚ ਤੇ ਜਿਹੜੀਆਂ ਗੱਲਾਂ ਕਹੀਆਂ, ਕਈਆਂ ਨੂੰ ਨਹੀਂ ਪਸੰਦ ਆਈਆਂ। ਵੈਸੇ ਇੱਕ ਗੱਲ ਹੈ ਕਿ ਜਦੋਂ ਤੁਸੀਂ ਬਤੌਰ ਮੁੱਖ ਮੰਤਰੀ ਮੰਚ ਤੇ ਹੋ ਔਰ ਦੇਸ਼ ਦਾ ਪ੍ਰਧਾਨ ਮੰਤਰੀ ਆ ਗਿਆ ਤੇ ਤੁਸੀਂ ਮਿੱਠੇ ਮਿੱਠੇ ਤਰੀਕੇ ਨਾਲ ਆਪਣੀ ਗੱਲ ਕਹਿ ਸਕਦੇ ਹੋ, ਜਿਵੇਂ ਪ੍ਰਕਾਸ਼ ਸਿੰਘ ਬਾਦਲ ਕਈ ਵਾਰੀ ਕਹਿ ਦਿੰਦੇ ਸੀ। ਉਹਨਾਂ ਦਾ ਸੁਭਾਅ ਸੀ। ਸੋ ਸੁਖਪਾਲ ਖਹਿਰਾ ਕਹਿੰਦੇ ਵੀ ਪੰਜਾਬ ਦੀਆਂ ਮੰਗਾਂ ਪ੍ਰਧਾਨ ਮੰਤਰੀ ਦੇ ਸਾਹਮਣੇ ਭਗਵੰਤ ਮਾਨ ਚੰਗੀ ਤਰ੍ਹਾਂ ਨਹੀਂ ਚੱਕ ਸਕੇ, ਉਹਨਾਂ ਨੇ ਨਹੀਂ ਚੱਕੀਆਂ। ਦੇਖੋ ਇਹ ਵੀ ਸਾਡੇ ਮੁਲਕ ਦੀ ਸਿਆਸਤ ਹੈ। ਔਰ ਕਈ ਕਾਂਗਰਸੀਆਂ ਨੇ ਬਿਆਨ ਦਿੱਤੇ, ਹਰਜੋਤ ਜੀ, ਕਾਂਗਰਸ ਪ੍ਰਤਾਪ ਬਾਜਵਾ ਜੀ ਨੇ ਵੀ ਬਿਆਨ ਦਿੱਤੇ। ਉਹ ਕਹਿੰਦੇ ਵੀ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ 2013 ਚ ਦਾ ਨੀਂਹ ਪੱਥਰ ਰੱਖਿਆ ਸੀ। ਸੋ ਡਾਕਟਰ ਮਨਮੋਹਨ ਸਿੰਘ ਉਹਨਾਂ ਦਾ ਵੀ ਵੱਡਾ ਜ਼ਿਕਰ ਹੋਣਾ ਬਣਦਾ ਹੈ। ਗੱਲਾਂ ਇੱਥੋਂ ਤੱਕ ਵੀ ਹੋਈਆਂ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਬਹੁਤ ਧੰਨਵਾਦ ਕਰਨਾ ਚਾਹੀਦਾ ਸੀ ਡਾਕਟਰ ਮਨਮੋਹਨ ਸਿੰਘ ਉਹਨਾਂ ਦਾ। ਅਸਲ 'ਚ ਹਰਜੋਤ ਜੀ ਜਿਹੜਾ ਸਿਸਟਮ ਹੈ, ਸਿਸਟਮ ਦੇ ਵਿੱਚ ਜਦੋਂ ਅਸੀਂ ਬੱਸ ਹੀ ਬਣਾਤੀ, ਅਸੀਂ ਸਿਸਟਮ 'ਚ ਇੱਕ ਬੱਸ ਬਣਾਤੀ, ਉਹਨੂੰ ਮੈਂ ਚਲਾਵਾਂ ਜਾਂ ਤੁਸੀਂ ਚਲਾਓ ਜਾਂ ਕੋਈ ਹੋਰ ਚਲਾਵੇ, ਉਹ ਬੱਸ ਚੱਲਦੀ ਰਹਿਣੀ। ਹੁਣ ਸਰਕਾਰ ਇਸ ਰੂਪ 'ਚ ਦੇਖਦੀ ਹੈ ਕਿ ਇਹ ਪਾਲਿਸੀਆਂ ਬਣੀਆਂ ਸੀ। ਹੁਣ ਅਟਲ ਬਿਹਾਰੀ ਵਾਜਪਾਈ ਸਾਹਿਬ ਨੇ ਕਿੰਨੀਆਂ ਸੜਕਾਂ ਬਣਾਈਆਂ ਸਾਡੇ ਮੁਲਕ 'ਚ, ਕਿੰਨੇ ਪੁਲ ਬਣਾਏ ਪੰਜਾਬ 'ਚ ਅਟਲ ਬਿਹਾਰੀ ਵਾਜਪਾਈ ਸਾਹਿਬ ਨੇ। ਡਾਕਟਰ ਮਨਮੋਹਨ ਸਿੰਘ ਨੇ ਕਿੰਨੇ ਨੈਸ਼ਨਲ ਹਾਈਵੇ ਸੀ ਉਹਨਾਂ ਦੀ ਗਤੀ ਤੇਜ਼ ਕੀਤੀ। ਕਿੰਨੇ ਡਾਕਟਰ ਮਨਮੋਹਨ ਸਿੰਘ ਉਹਨਾਂ ਨੇ ਦੇਸ਼ ਨੂੰ ਵੱਡੇ ਪ੍ਰੋਜੈਕਟ ਤੇ ਨਿਊਕਲੀਅਰ ਪਾਵਰ ਦਾ ਐਗਰੀਮੈਂਟ ਕੀਤਾ ਅਮਰੀਕਾ ਨਾਲ, ਬਹੁਤ ਕੁਝ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ 'ਚ ਵੀ ਬਹੁਤ ਵੱਡੇ ਕੰਮ ਹੋਏ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਮੁਲਕ ਦੀ ਜਿਹੜੀ ਭਾਰਤ ਦੀ ਜਿਹੜੀ ਤਾਕਤ ਹੈ ਸਾਡੀ ਫੌਜ ਦੀ, ਉਹ ਵਧੀ। ਸਾਡੇ ਮੁਲਕ ਦੀ ਆਮ ਤੌਰ ਤੇ ਪਾਕਿਸਤਾਨ ਤੋਂ ਹੀ ਜ਼ਿਆਦਾ ਚਿੰਤਾ ਰਹਿੰਦੀ ਸੀ ਪਹਿਲਾਂ ਸਾਨੂੰ, ਲੇਕਿਨ ਪਾਕਿਸਤਾਨ ਤੇ ਦਬਾਅ ਬਣਿਆ ਕੌਮਾਂਤਰੀ ਪੱਧਰ ਤੇ ਭਾਰਤ ਦਾ। ਇਹ ਨਰਿੰਦਰ ਮੋਦੀ ਉਹਨਾਂ ਦੀ ਕਾਮਯਾਬੀ ਹੈ। ਪਰ ਕਿਸਾਨ ਅੰਦੋਲਨ ਐਡਾ ਵੱਡਾ ਆ ਗਿਆ, ਐਗਰੀਕਲਚਰ ਰਿਫਾਰਮਸ ਉਸ ਪੱਧਰ ਤੇ ਨਹੀਂ ਗਏ। ਠੀਕ ਹੈ, ਨਰਿੰਦਰ ਮੋਦੀ ਉਹਨਾਂ ਨੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾਉਣੇ ਸ਼ੁਰੂ ਕੀਤੇ, ਉਹ ਚੰਗੀ ਗੱਲ ਹੈ। ਕਿਸਾਨਾਂ ਨੂੰ ਡਾਇਰੈਕਟ ਪੇਮੈਂਟ ਉਹਨਾਂ ਦੇ ਖਾਤਿਆਂ 'ਚ ਪਾਉਣੀ ਸ਼ੁਰੂ ਕੀਤੀ ਫਸਲਾਂ ਦੀ, ਉਹ ਵੀ ਚੰਗੀ ਗੱਲ ਹੈ। ਪਰ ਬਹੁਤ ਸਾਰੇ ਮੁੱਦੇ ਨੇ ਜਿਹੜੇ ਐਡਰੈਸ ਨਹੀਂ ਹੋ ਸਕੇ। ਔਰ ਸੁਖਪਾਲ ਖਹਿਰਾ ਉਹਨਾਂ ਨੇ ਵੀ ਟਵੀਟ ਕੀਤਾ, ਬਿਆਨ ਦਿੱਤਾ। ਸੁਖਪਾਲ ਖਹਿਰਾ ਉਹਨਾਂ ਨੇ ਟਵੀਟ ਨਹੀਂ ਮੈਂ ਦੇਖਿਆ, ਬਿਆਨ ਦਿੱਤਾ। ਸੋ ਕਾਂਗਰਸੀਆਂ ਨੇ ਆਪਣੇ ਡਾਕਟਰ ਮਨਮੋਹਨ ਸਿੰਘ ਦੇ ਰੂਪ ਦੇ ਵਿੱਚ ਉਹਨਾਂ ਨੇ ਗੱਲ ਕੀਤੀ। ਉਂਝ ਡਾਕਟਰ ਮਨਮੋਹਨ ਸਿੰਘ ਇੱਕ ਬਹੁਤ ਵੱਡੇ ਅਰਥ ਸ਼ਾਸਤਰੀ ਸੀ ਔਰ ਹਰ ਪ੍ਰਧਾਨ ਮੰਤਰੀ ਦੀ ਇੱਕ ਵੱਡੀ ਕੰਟਰੀਬਿਊਸ਼ਨ ਹੁੰਦੀ ਹੈ। ਮੈਨੂੰ ਇਹ ਲੱਗਦਾ ਕਿ ਡਾਕਟਰ ਮਨਮੋਹਨ ਸਿੰਘ ਨੇ ਅਗਰ ਇਸ ਐਡੇ ਵੱਡੇ ਸੈਂਟਰ ਦੇ ਲਈ ਪੰਜਾਬ ਨੂੰ ਚੁਣਿਆ ਤੇ ਉਹਦੇ 'ਚ ਉਸ ਵੇਲੇ ਦੀ ਸਰਕਾਰ ਜਿਹੜੀ ਹੈ 2013 'ਚ ਪੰਜਾਬ ਦੀ, ਉਹ ਸਾਨੂੰ ਪਤਾ ਹੈ ਉਦੋਂ ਪੰਜਾਬ 'ਚ ਅਕਾਲੀ ਭਾਜਪਾ ਦਾ ਰਾਜ ਸੀ। ਸੋ ਇਸ ਕਰਕੇ ਜੇ ਮਨਮੋਹਨ ਸਿੰਘ ਹੋਣੀ ਐਡਾ ਵੱਡਾ ਪ੍ਰੋਜੈਕਟ ਦੇ ਕੇ ਗਏ ਤੇ ਉਹਦੇ ਵਿੱਚ ਫਿਰ ਪੰਜਾਬ ਵਾਲੀ ਅਕਾਲੀ ਭਾਜਪਾ ਸਰਕਾਰ ਵੀ ਕਹੂਗੀ ਵੀ ਸਾਡਾ ਵੀ ਯੋਗਦਾਨ ਸੀ। ਸੋ ਇਸ ਕਰਕੇ ਪ੍ਰਮੁੱਖ ਰੂਪ ਦੇ ਵਿੱਚ, ਕਿਉਂਕਿ ਡਾਕਟਰ ਮਨਮੋਹਨ ਸਿੰਘ ਇੱਕ ਵੱਡੇ ਕੱਦ ਦੇ ਲੀਡਰ ਸੀ, ਇੱਕ ਵੱਡੀ ਸੋਚ ਦੇ ਲੀਡਰ ਸੀ, ਉਹਨਾਂ ਨੇ ਆਰਥਿਕ ਨੀਤੀਆਂ, ਆਰਥਿਕ ਉਦਾਰੀਕਰਨ ਦੀਆਂ ਨੀਤੀਆਂ ਮੁਲਕ ਨੂੰ ਦਿੱਤੀਆਂ, ਜਿਹਦੇ ਨਾਲ ਮੁਲਕ ਨੇ ਬਹੁਤ ਵੱਡੀ ਤਰੱਕੀ ਕੀਤੀ। ਉਂਝ ਤਾਂ ਰਾਜੀਵ ਗਾਂਧੀ ਦੇ ਸਿਰ ਸਿਹਰਾ ਜਾਂਦਾ ਵੀ ਉਹ ਕੰਪਿਊਟਰ ਲੈ ਕੇ ਆਏ,
ਉਦੋਂ ਇਹ ਵੀ ਹਰਜੋਤ ਜੀ ਮੈਨੂੰ ਪਤਾ ਲੱਗਿਆ ਜਦੋਂ ਕੰਪਿਊਟਰ ਆਉਣੇ ਸੀ ਉਦੋਂ ਵੀ ਵਿਰੋਧ ਬੜੇ ਹੋਏ ਵੀ ਜੀ ਮਸ਼ੀਨਾਂ ਤੇ ਲੋਕ ਕੰਮ ਕਿਵੇਂ ਕਰਨਗੇ, ਕੰਪਿਊਟਰ ਨੇ ਆਮ ਲੋਕਾਂ ਨੂੰ ਵਿਹਲਾ ਕਰ ਦੇਣਾ। ਉਦੋਂ ਇਹ ਗੱਲਾਂ ਹੁੰਦੀਆਂ ਸੀ ਵੀ ਇੱਕ ਕੰਪਿਊਟਰ ਕਈ ਲੋਕਾਂ ਦਾ ਕੰਮ ਕਰੂਗਾ। ਹੁਣ ਹਾਲਾਤ ਇਹ ਨੇ ਵੀ ਇੱਕ ਕੰਪਿਊਟਰ ਤੇ ਕਈ ਲੋਕ ਕੰਮ ਕਰਦੇ ਆ। ਸੋ ਇਸ ਕਰਕੇ ਸਮੇਂ ਦੇ ਨਾਲ ਜਿਹੜੀਆਂ ਪਾਲਿਸੀਆਂ ਨੇ ਉਹਨਾਂ ਦੇ ਰਿਜ਼ਲਟ ਆਉਂਦੇ ਨੇ, ਔਰ ਕੋਈ ਵੀ ਪ੍ਰਧਾਨ ਮੰਤਰੀ ਰਿਹਾ ਸਾਡਾ ਜਾਂ ਮੁੱਖ ਮੰਤਰੀ ਰਿਹਾ, ਇਹ ਸਿਸਟਮ ਨੇ ਉਹਦੇ ਤੋਂ ਕੰਮ ਕਰਾਈ ਜਾਣਾ। ਕੋਈ ਘੱਟ ਕੰਮ ਕਰ ਜਾਂਦਾ ਪ੍ਰਧਾਨ ਮੰਤਰੀ, ਕੋਈ ਵੱਧ, ਕਿਉਂਕਿ ਇਹ ਉਹਨਾਂ ਦੀ ਆਪਣੀ ਨਿੱਜੀ ਸਮਰੱਥਾ ਵੀ ਹੁੰਦੀ ਹੈ। ਪਰ ਜਿਹੜੇ ਪੋਲੀਟੀਕਲ ਲੋਕ ਨੇ ਅਗਰ ਉਹ ਇਲਜ਼ਾਮ ਲਾਉਂਦੇ ਨੇ ਤੇ ਉਹ ਵੀ ਚੰਗੀ ਗੱਲ ਹੈ, ਕਿਉਂਕਿ ਅਸੀਂ ਖੇਤ ਦੇ ਵਿੱਚ ਵੀ ਵੱਟਾਂ ਬਣਾਉਂਦੇ ਆ ਤਾਂ ਕਿ ਪਾਣੀ ਹੈ ਜਿਹੜਾ ਉਹ ਖਿੰਡ ਨਾ ਜਾਵੇ ਤੇ ਵੱਟ ਕਮਜ਼ੋਰ ਨਹੀਂ ਹੋਣ ਦੇਣੀ ਚਾਹੀਦੀ। ਸੋ ਵਿਰੋਧੀ ਧਿਰਾਂ ਦੀ ਆਪਣੀ ਭੂਮਿਕਾ ਰਹਿਣੀ ਚਾਹੀਦੀ ਹੈ, ਇਹਦੇ 'ਚ ਕੋਈ ਇਤਰਾਜ਼ ਵਾਲੀ ਗੱਲ ਨਹੀਂ। ਜੀ ਡੱਲਾ ਜੀ, ਅਖੀਰ ਦੇ ਵਿੱਚ ਇਸ ਤੋਂ ਇਲਾਵਾ ਕੋਈ ਹੋਰ ਖਾਸ ਖਬਰ ਜਿਸ ਉੱਪਰ ਤੁਸੀਂ ਟਿੱਪਣੀ ਕਰਨਾ ਚਾਹੁੰਦੇ ਹੋਵੋ ਤਾਂ ਜ਼ਰੂਰ ਮੈਂ ਚਾਹੂੰਗੀ ਦਰਸ਼ਕਾਂ ਨਾਲ ਸਾਂਝੀ ਕਰੀਏ। ਹਰਜੋਤ ਜੀ, ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕੀਤੀ ਕੱਲ। ਅਕਾਲੀ ਦਲ ਨੇ ਇਲਜ਼ਾਮ ਲਾਏ ਆਮ ਆਦਮੀ ਪਾਰਟੀ ਤੇ ਆਬਕਾਰੀ ਨੀਤੀ ਤੇ ਐਕਸਾਈਜ਼ ਪਾਲਿਸੀ ਤੇ। ਉਹ ਕਹਿੰਦੇ ਕਰੋੜਾਂ ਦਾ ਘਪਲਾ ਹੋ ਗਿਆ। ਉਹ ਕਹਿੰਦੇ ਪੰਜਾਬ ਦੇ ਸ਼ਰਾਬ ਕਾਰੋਬਾਰ ਨੂੰ CBI ਔਰ ED ਹੈ ਉਹ ਇਹਦੀ ਇਨਕੁਆਇਰੀ ਕਰੇ। ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਅਸੀਂ ਸ਼ਿਕਾਇਤ ਵੀ ਦੇਵਾਂਗੇ ਪੰਜਾਬ ਦੇ ਗਵਰਨਰ ਨੂੰ। ਸੋ ਇਸ ਕਰਕੇ ਸੁਖਬੀਰ ਬਾਦਲ ਦਾ ਜਿਹੜਾ ਉਹ ਬਿਆਨ ਹੈ ਉਹ ਵੀ ਅਸੀਂ ਨਿਰਪੱਖਤਾ ਦੀ ਆਪਣੀ ਪਾਲਿਸੀ ਦੇ ਤਹਿਤ ਇੱਕ ਵਾਰੀ ਜ਼ਰੂਰ ਸਾਰਿਆਂ ਨੂੰ ਸੁਣਾ ਦਈਏ। ਸੁਖਬੀਰ ਬਾਦਲ ਦੇ ਨਾਲ ਕੁਝ ਹੋਰ ਅਹਿਮ ਖਬਰਾਂ ਨਾਲ ਜੁੜੇ ਬਿਆਨ ਨੇ, ਉਹ ਵੀ ਅਸੀਂ ਅਖੀਰ 'ਚ ਜ਼ਰੂਰ ਸੁਣਾਉਂਦੇ ਹਾਂ ਜੀ। ਐਕਸਾਈਜ਼ ਪਾਲਿਸੀ ਬਣਾਈ ਗਈ ਜਿੱਥੇ ਬਹੁਤ ਵੱਡੇ ਪੱਧਰ ਨਾਲ ਘਪਲੇ ਹੋਏ। ਐਕਸਾਈਜ਼ ਤੋਂ ਕਰੋੜਾਂ ਰੁਪਏ ਕਮਾਉਣ ਦਾ ਯਤਨ ਦਿੱਲੀ ਕੀਤਾ ਗਿਆ। ਉੱਥੋਂ ਦੇ ਗਵਰਨਰ, ਲੈਫਟੀਨੈਂਟ ਗਵਰਨਰ ਨੇ ਇਨਕੁਆਇਰੀ ਲਾਈ ਚੀਫ ਸੈਕਟਰੀ ਦੀ, ਤੇ ਚੀਫ ਸੈਕਟਰੀ ਉੱਥੋਂ ਦੇ ਆਪਣੀ ਇਨਕੁਆਇਰੀ ਰਿਪੋਰਟ 'ਚ ਲਿਖਦੇ ਹੈ ਕਿ ਇਹ ਜਿਹੜਾ ਪੈਸਾ ਇਕੱਠਾ ਹੋਇਆ ਉਹ ਪੰਜਾਬ ਦੇ ਇਲੈਕਸ਼ਨ 'ਚ ਵੀ ਵਰਤਿਆ ਗਿਆ। ਉਹ ਚੀਫ ਸੈਕਟਰੀ ਨੇ ਆਪ ਕਿਹਾ। ਤੇ ਕਿੰਨੇ ਕੁਆਂਟਮ ਕਿਕਬੈਕਸ ਆਏ ਹੈ ਉਹਦੇ ਵਾਸਤੇ CBI ਦੀ ਇਨਕੁਆਇਰੀ ਉਹਨੇ ਮਾਰ ਕੀਤੀ। CBI ਨੇ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਕੀਤੀ। ਉਸ ਇਨਵੈਸਟੀਗੇਸ਼ਨ ਦੇ ਬਾਅਦ CBI ਨੇ 17-18 ਲੋਕਾਂ ਤੇ ਪਰਚਾ ਕੀਤਾ। ਜਾਂ ਮੇਨ ਅਕਿਊਜ਼ਡ ਮਿਸਟਰ ਸਿਸੋਦੀਆ ਜੋ ਡਿਪਟੀ ਚੀਫ ਮਿਨਿਸਟਰ ਦਿੱਲੀ ਸਟੇਟ ਦੇ ਹੈ। ਮੈਂ ਇਹ ਬੈਕਗਰਾਉਂਡ ਇਸ ਲਈ ਦੱਸਿਆ ਕਿਉਂਕਿ ਜਿਹੜੀ ਦਿੱਲੀ ਦੀ ਪਾਲਿਸੀ ਹੈ ਉਹ ਬਿਲਕੁਲ ਸੇਮ ਪੰਜਾਬ ਦੀ ਪਾਲਿਸੀ ਹੈ। ਜਿਹਨੇ ਦਿੱਲੀ ਬਣਾਈ ਪਾਲਿਸੀ ਉਸੇ ਹੀ ਬੰਦੇ ਨੇ, ਉਸੇ ਟੀਮ ਨੇ ਸਿਸੋਦੀਆ ਸਾਹਿਬ ਦੀ ਅਗਵਾਈ ਵਿੱਚ ਪੰਜਾਬ 'ਚ ਬਣਾਈ ਗਈ ਪਾਲਿਸੀ। ਜਦੋਂ ਇਨਕੁਆਇਰੀ ਹੋਈ ਉਹਨਾਂ ਨੇ ਆਪ ਦੇਖਿਆ ਕਿ ਹੁਣ ਫਸ ਗਏ ਹੈ, ਉਹਨਾਂ ਨੇ ਉਹ ਪਾਲਿਸੀ ਆਪ ਕੈਂਸਲ ਕੀਤੀ ਹੈ ਦਿੱਲੀ ਨੇ, ਕਿਉਂਕਿ ਉਹਨਾਂ ਦਾ ਪ੍ਰੈਸ਼ਰ CBI ਦਾ ਹੋ ਗਿਆ। ਇਹ ਬਿਆਨ ਹੈ ਜਿਹੜੇ ਸਿਆਸੀ ਬਿਆਨ ਹੈ ਇਹਨਾਂ ਦੀ ਵੀ ਬਹੁਤ ਅਹਿਮੀਅਤ ਸਾਡੇ ਪੋਲਿਟਿਕਸ ਦੇ ਵਿੱਚ, ਸਾਡੀ ਸਟੇਟ ਦੇ ਵਿੱਚ ਬਣਦੀ ਹੈ। ਜੀ ਸੋ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਸਾਰੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਤੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਤੇ ਦਰਸ਼ਕ ਆਪਣੇ ਸੁਝਾਅ ਵੀ ਸਾਡੇ ਤੱਕ ਸਾਂਝੇ ਕਰਦੇ ਨੇ ਕਮੈਂਟਸ ਦੇ ਜ਼ਰੀਏ। ਸੋ ਬਹੁਤ ਧੰਨਵਾਦ ਹੈ ਦਰਸ਼ਕਾਂ ਦਾ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ ਹਰਜੋਤ ਜੀ।